ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਕੈਮਿਸਟਰੀ ਲੈਕਚਰਰ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਲਾਸਟ ਟਾਈਮ ਸਟੂਡੈਂਟਸ ਆਪਾਂ ਡਿਸਕਸ ਕੀਤਾ ਸੀ ਬੇਸਿਕ ਪੋਸਟੂਲੇਟਸ ਆਫ ਬੋਹਰਸ ਐਟੋਮਿਕ ਮਾਡਲ, ਰਾਈਟ। ਸੋ ਅੱਜ ਆਪਾਂ ਜਿਹੜੀਆਂ ਡਿਸਕਸ ਕਰਨੀਆਂ ਚੀਜ਼ਾਂ, ਕਿਉਂਕਿ ਇਸ ਮਾਡਲ ਨੂੰ ਵੀ ਐਕਸੈਪਟ ਨਹੀਂ ਕੀਤਾ ਗਿਆ, ਔਰ ਕਿਉਂ ਨਹੀਂ ਐਕਸੈਪਟ ਕੀਤਾ ਗਿਆ ਇਹ ਆਪਾਂ ਲੇਟਰਲੀ ਡਿਸਕਸ ਕਰਾਂਗੇ, ਰਾਈਟ। ਔਰ ਇਸ ਮਾਡਲ ਦੇ ਸਕਸੈਸਫੁਲ ਹੋਣ ਦੇ ਵਜ੍ਹਾ ਕੀ ਆ ਔਰ ਇਸ ਮਾਡਲ ਦੀ ਫੇਲ ਹੋਣ ਦੀ ਵਜ੍ਹਾ ਕੀ ਆ। ਸੋ ਨਾਓ ਟੂਡੇ ਵੀ ਵਿਲ ਡਿਸਕਸ ਸਕਸੈਸਿਸ ਆਫ ਬੋਹਰ ਮਾਡਲ ਆਫ ਐਨ ਐਟਮ। ਇਹ ਐਟੋਮਿਕ ਮਾਡਲ ਕਿਉਂ ਸਕਸੈਸਫੁਲ ਰਿਹਾ, ਉਹਦੇ ਵਿੱਚ ਅਸੀਂ 2 ਪੁਆਇੰਟ ਡਿਸਕਸ ਕਰਨੇ ਆ। ਫਸਟ ਪੁਆਇੰਟ ਇਜ਼ ਇਟ ਐਕਸਪਲੇਨ ਦਾ ਸਟੇਬਿਲਿਟੀ ਆਫ ਐਨ ਐਟਮ, that is an atom revolving in a particular orbit cannot lose energy। ਔਰ ਜੇ ਇਲੈਕਟ੍ਰੋਨ ਕਿਸੇ ਪਾਰਟਿਕੂਲਰ ਆਰਬਿਟ ਦੇ ਵਿੱਚ ਘੁੰਮ ਰਿਹਾ ਹੈ, ਇਹ એનર્ਜੀ ਲੂਜ਼ ਨਹੀਂ ਕਰਦਾ, ਰਾਈਟ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਘੁੰਮਦਾ ਹੋਇਆ ਇਲੈਕਟ੍ਰੋਨ ਜੇ એનર્ਜੀ ਨਹੀਂ ਲੂਜ਼ ਕਰੂਗਾ, ਨਾ ਹੀ ਉਹ ਨਿਊਕਲੀਅਸ ਦੇ ਵਿੱਚ ਗਿਰੂਗਾ, ਇਹਦਾ ਮਤਲਬ ਜਿਹੜਾ ਐਟਮ ਦਾ ਸਟਰਕਚਰ ਹੈ ਉਹ ਸਟੇਬਲ ਰਹੂਗਾ। ਸੋ ਇਟ ਐਕਸਪਲੇਨ ਦਾ ਸਟੇਬਿਲਿਟੀ ਆਫ ਐਨ ਐਟਮ। ਸੈਕਿੰਡ, ਇਸ ਮਾਡਲ ਦੇ ਵਿੱਚ ਸਾਨੂੰ ਕੁਝ ਪਾਰਟੀਕੂਲਰ ਇਕੁਏਸ਼ਨਸ ਦਿੱਤੀਆਂ ਗਈਆਂ, ਜਿਨ੍ਹਾਂ ਇਕੁਏਸ਼ਨ ਦੀ ਹੈਲਪ ਦੇ ਨਾਲ ਅਸੀਂ ਕਿਸੇ ਪਾਰਟੀਕੂਲਰ ਆਰਬਿਟ ਦੇ ਵਿੱਚ ਇਲੈਕਟ੍ਰੋਨ ਦੀ એનર્ਜੀ ਨੂੰ ਕੈਲਕੂਲੇਟ ਕਰ ਸਕਦੇ ਹਾਂ। ਸੋ ਅਗਲਾ ਪੁਆਇੰਟ ਕੀ ਹੈ, ਇਟ ਹੈਲਪਸ ਟੂ ਕੈਲਕੂਲੇਟ ਦਾ એનર્ਜੀ ਆਫ ਇਲੈਕਟ੍ਰੋਨ ਇਨ ਏ ਪਾਰਟੀਕੂਲਰ ਆਰਬਿਟ ਆਫ ਹਾਈਡਰੋਜਨ ਐਟਮ। ਪਰ ਇਹ ਜਿਹੜੀ ਇਕੁਏਸ਼ਨ ਹੈ ਸਿਰਫ ਹਾਈਡਰੋਜਨ ਐਟਮ ਵਾਸਤੇ ਹੀ ਇਹ ਯੂਜ਼ ਕਰਨੀ ਆ, ਅਸੀਂ ਹੋਰ ਕਿਸੇ ਐਲੀਮੈਂਟ ਵਾਸਤੇ ਇਹ ਇਕੁਏਸ਼ਨ ਨੂੰ ਯੂਜ਼ ਨਹੀਂ ਕਰ ਸਕਦੇ। ਸੋ ਇਸ ਇਕੁਏਸ਼ਨ ਦੀ ਹੈਲਪ ਦੇ ਨਾਲ ਅਸੀਂ ਕਿਸੇ ਪਾਰਟੀਕੂਲਰ ਆਰਬਿਟ ਦੇ ਵਿੱਚ ਇਲੈਕਟ੍ਰੋਨ ਦੀ એનર્ਜੀ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਉਸ ਨੂੰ ਮੈਂ ਇੱਕ ਐਗਜ਼ਾਮਪਲ ਲੈ ਕੇ ਸਮਝਾਉਣੀ ਆ। ਸੋ ਤੁਹਾਡੀ ਬੁੱਕ ਦੇ ਵਿੱਚ ਐਗਜ਼ਾਮਪਲ ਦਿੱਤੀਆਂ ਹੋਈਆਂ, ਪਰ ਤੁਸੀਂ ਇਹਨਾਂ ਪੁਆਇੰਟ ਨੂੰ ਇੱਦਾਂ ਹੀ ਯਾਦ ਕਰ ਲੈਣਾ, ਤੁਹਾਡੇ ਵਾਸਤੇ ਵਧੀਆ ਰਹੂਗਾ। ਸੋ ਕਿਸੇ ਪਾਰਟੀਕੂਲਰ ਆਰਬਿਟ ਦੇ ਵਿੱਚ ਇਲੈਕਟ੍ਰੋਨ ਦੀ એનર્ਜੀ ਕੈਲਕੂਲੇਟ ਕਰਨ ਵਾਸਤੇ ਸਾਨੂੰ ਇੱਕ ਇਕੁਏਸ਼ਨ ਦਿੱਤੀ ਗਈ। ਉਹ ਇਕੁਏਸ਼ਨ ਕੀ ਸੀਗੀ ਜੀ, En is equal to 2 pi square me power 4 z the square divided by n square into h square। सो काफ़ी लंबी चौड़ी इक्वेशन है, मैं बिल्कुल इन्हों सादी कर देना। पाई है साढ़े कोल कॉन्स्टेंट है, एम की है साढ़े कोल, दिस इज द मास ऑफ इलैक्ट्रॉन। वट इज ई इज द चार्ज ऑन इलैक्ट्रॉन। वट इज एच हेयर, एच इज प्लैंक्स कॉन्स्टेंट। वट इज जेड, जेड इज द न्यूक्लियर चार्ज, राइट। सो एन की है, दिस इज द नंबर ऑफ शैल जिहदे च असी इलैक्ट्रॉन की एनर्जी की वैल्यू कैलकुलेट करनी है। एच की है, एच साडे कोल प्लैंक्स कॉन्स्टेंट है। सो इस चीज़ दे विच जिहड़ी चीज़ वेरीएबल है, सिर्फ आ चीज़ वेरीएबल है, बाकी जिन्नियां भी वैल्यूस है ये सारियां दियां सारियां वैल्यू कॉन्स्टेंट वैल्यू है। जदों राजे इहनूं असी सॉल्व करते हैं, साडे कोल आंसर आंदा -1312 1312 इंटू एक आ भी वेरीएबल है जेड स्केयर डिवाइडेड बाय एन स्केयर। सो इक्वेशन याद रखनी है, एनर्जी दी यूनिट किलो जूल पर मोल -1312 जेड स्केयर ओवर एन स्केयर। सो इस इक्वेशन यूज़ करके असी किसी भी शैल दे विच इलैक्ट्रॉन की एनर्जी कैलकुलेट कर लैंदे आ। मान लो साढ़े को असी पहले शैल दे विच इलैक्ट्रॉन की एनर्जी कैलकुलेट करनी है। न्यूक्लियस है, दिस इज फर्स्ट शैल जिन्हों असी के शैल कहने हैं, ठीक है। और के शैल वास्ते एन की वैल्यू कितनी होंदी है 1, राइट। फर्स्ट शैल दे विच इलैक्ट्रॉन की एनर्जी कितनी है, सो वी हैव टू कैलकुलेट E1। और E1 नू कैलकुलेट करने वास्ते आ सारी जिन्नी भी वैल्यू है इनू असी सॉल्व करके 1312 आंसर कढ़ लिया। हाइड्रोजन दे विच इक्को ही प्रोटोन हुंदा है, इस करके दी Z की वैल्यू 1 दा स्केयर ले लांगे असी ओवर n स्केयर, मतलब पहले शैल च कढ़नी है, इत्थे 1 दा स्केयर ले लांगे, राइट। साडे कोल आंसर आ जाऊगा -1312 किलो जूल पर मोल। ਇਹਦਾ मतलब इलैक्ट्रॉन जो पहले शैल दे विच है इहदे नाल कितनी एनर्जी एसोसीएट हुई है, -1312 किलो जूल पर मोल, राइट। हुण सपोज जे इलैक्ट्रॉन सैकेंड शैल दे विच घुमदा होवे, सैकेंड शैल वास्ते एन की वैल्यू 2 है, इहदे च इहदी एनर्जी कितनी होगी, मीन टू से तुसीं कितनी वैल्यू कादी वैल्यू कैलकुलेट करनी है, E2 दी। हाउ यू कैन कैलकुलेट E2 इज इक्वल टू -1312, Z की वैल्यू सेम ही रखनी है 1 दा स्केयर, राइट, क्योंकि आप सेम ही
ਐਟਮ ਲੈ ਰਹੇ ਹਾਂ, ਦਿਸ ਇਜ਼ ਹਾਈਡਰੋਜਨ ਐਟਮ। ਹੁਣ n ਦੀ ਵੈਲਿਊ ਕਿੰਨੀ ਆ ਗਈ 2 ਦਾ ਸਕੇਅਰ, ਰਾਈਟ। 2 ਦਾ ਸਕੇਅਰ ਕਿੰਨਾ ਆ ਗਿਆ -1312 ਡਿਵਾਈਡਡ ਬਾਈ 4, ਜੋ ਵੀ ਆਂਸਰ ਆਇਆ ਇੱਥੇ ਫਿਲ ਕਰ ਲਓ। ਸੋ ਇਹ ਸਾਡੇ ਕੋਲ ਆ ਜੂਗੀ ਸੈਕਿੰਡ ਸ਼ੈਲ ਦੇ ਵਿੱਚ ਇਲੈਕਟ੍ਰੋਨ ਦੀ ਜਿਹੜੀ એનર્ਜੀ ਆ ਉਹ ਕਿੰਨੀ ਆ ਗਈ, ਰਾਈਟ। ਇਸੇ ਤਰ੍ਹਾਂ E3 ਮਤਲਬ ਥਰਡ ਸ਼ੈਲ ਦੇ ਵਿੱਚ, ਆ ਤੀਸਰੇ ਸ਼ੈਲ ਦੇ ਵਿੱਚ ਜੇ ਇਲੈਕਟ੍ਰੋਨ ਹੈ, ਇੱਥੇ ਦੀ એનર્ਜੀ ਕਿੰਨੀ ਹੋਊਗੀ, that is E3. how you can calculate this E3 ਨੂੰ ਕੈਲਕੂਲੇਟ ਕਰਨ ਵਾਸਤੇ ਸਾਡੇ ਕੋਲ ਫਾਰਮੂਲਾ ਕੀ ਹੈ, that is -1312 divided by 3 ਦਾ ਸਕੇਅਰ, that is -1312 ਬਟਾ 9। ਸੋ ਇਹਨੂੰ ਤੁਸੀਂ ਸੌਰਟ ਆਊਟ ਕਰੋਗੇ, ਤੁਹਾਡੇ ਕੋਲ ਜਿਹੜਾ ਹੈ ਉਹ ਆਨਸਰ ਆ ਜਾਊਗਾ। ਸੋ ਇਸੇ ਤਰੀਕੇ ਨਾਲ ਕਿਸੇ ਵੀ ਸ਼ੈਲ ਦੇ ਵਿੱਚ ਤੁਸੀਂ ਇਲੈਕਟ੍ਰੋਨ ਦੀ એનર્ਜੀ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਹੋ। ਇਸ ਫਾਰਮੂਲੇ ਦੇ ਵਿੱਚ ਤੁਸੀਂ ਸਿਰਫ n ਦੀ ਵੈਲਿਊ ਜਿਹੜੀ ਆ ਉਹ ਵੇਰੀ ਕਰੀ ਜਾਣੀ ਆ, ਰਾਈਟ। ਜੇ ਮੰਨ ਲਓ ਤੁਹਾਨੂੰ ਪੁੱਛਿਆ ਜਾਵੇ ਇਲੈਕਟ੍ਰੋਨ ਜਿਹੜਾ ਹੈ ਪਹਿਲੇ ਸ਼ੈਲ ਦੇ ਵਿੱਚ ਹੈ, ਉਹਨੇ ਜੰਪ ਕਰਕੇ ਦੂਸਰੇ ਸ਼ੈਲ ਦੇ ਵਿੱਚ ਜਾਣਾ, ਉਹਨੂੰ ਕਿੰਨੀ એનર્ਜੀ ਦੀ ਜ਼ਰੂਰਤ ਪਊਗੀ, ਤਾਂ ਤੁਸੀਂ E2 ਮਾਈਨਸ ਡੈਲਟਾ E ਕੀ ਕਾਹਦੇ ਬਰਾਬਰ ਹੋਊਗਾ, E2 ਮਾਈਨਸ E1। ਜੇ ਪੁੱਛਿਆ ਜਾਵੇ ਇਲੈਕਟ੍ਰੋਨ ਤੀਸਰੇ ਸ਼ੈਲ ਦੇ ਵਿੱਚ ਪ੍ਰੈਜ਼ੈਂਟ ਹੈ, ਪਹਿਲੇ ਸ਼ੈਲ ਦੇ ਵਿੱਚ ਵਾਪਸ ਆਇਆ, ਕਿੰਨੀ એનર્ਜੀ ਰਿਲੀਜ਼ ਕਰੂਗਾ, ਤਾਂ ਅਸੀਂ ਕਿੱਦਾਂ ਕਰਾਂਗੇ, ਡੈਲਟਾ ਇਜ਼ ਇਕੁਅਲ ਟੂ E3 ਮਾਈਨਸ E1। ਲੇਕਿਨ ਇੱਥੇ એનર્ਜੀ ਦਾ ਸਾਈਨ ਕੀ ਲਗਾਉਣਾ ਤੁਸੀਂ, ਨੈਗੇਟਿਵ, ਇੱਥੇ એનર્ਜੀ ਦਾ ਸਾਈਨ ਕੀ ਲਗਾਉਣਾ ਤੁਸੀਂ, ਪੋਜ਼ਿਟਿਵ। ਸੋ ਇਹ ਜਿਹੜੀ ਇਕੁਏਸ਼ਨ ਹੈ ਸਾਨੂੰ ਬੋਹਰ ਨੇ ਦਿੱਤੀ, ਜਿਹਦੇ 'ਚ ਅਸੀਂ ਡਿਫਰੈਂਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਦੀ એનર્ਜੀ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਹਾਂ, ਰਾਈਟ। ਅਗਲਾ ਪੁਆਇੰਟ ਨੇ ਇਟ ਐਕਸਪਲੇਨ ਦਾ ਲਾਈਨ ਸਪੈਕਟਰਮ ਆਫ ਹਾਈਡਰੋਜਨ। ਤਾਂ ਇਹਦੇ ਨਾਲ, ਇਹਦੀ ਹੈਲਪ ਨਾਲ ਅਸੀਂ ਹਾਈਡਰੋਜਨ ਦਾ ਲਾਈਨ ਸਪੈਕਟਰਮ ਐਕਸਪਲੇਨ ਕਰ ਸਕਦੇ ਹਾਂ, ਕਿਉਂਕਿ ਇਹਦੇ ਮੁਤਾਬਿਕ ਜਦੋਂ ਇਲੈਕਟ੍ਰੋਨ ਹਾਇਰ એનર્ਜੀ ਲੈਵਲ ਤੋਂ ਲੋਅਰ એનર્ਜੀ ਵੱਲ ਨੂੰ ਆਊਗਾ, ਇਹ ਆਪਣੇ 'ਚੋਂ ਰੇਡੀਏਸ਼ਨ ਅਮਿਟ ਕਰੂਗਾ, ਠੀਕ ਹੈ। ਜੇ ਤੀਸਰੇ ਤੋਂ ਪਹਿਲੇ ਤੇ ਆਇਆ, ਰੇਡੀਏਸ਼ਨ ਹੋਰ ਹੋਣਗੀਆਂ, ਤੀਸਰੇ ਤੋਂ ਦੂਸਰੇ ਤੇ ਆਇਆ, ਰੇਡੀਏਸ਼ਨ ਹੋਰ ਹੋਣਗੀਆਂ, ਜੇ ਦੂਸਰੇ ਤੋਂ ਪਹਿਲੇ ਤੇ ਗਿਆ, ਰੇਡੀਏਸ਼ਨ ਹੋਰ ਹੋਣਗੀਆਂ। ਔਰ ਇਹ ਅਲੱਗ-ਅਲੱਗ ਰੇਡੀਏਸ਼ਨ ਅਲੱਗ-ਅਲੱਗ ਫ੍ਰੀਕੁਐਂਸੀ ਦੀਆਂ ਲਾਈਨ ਪੈਦਾ ਕਰਨਗੀਆਂ, ਔਰ ਇਹਨਾਂ ਲਾਈਨਸ ਦੇ ਅਰੇਂਜਮੈਂਟ ਨੂੰ ਅਸੀਂ ਸਪੈਕਟਰਮ ਕਹਿੰਦੇ ਹਾਂ। ਤਾਂ ਇਹ ਸਪੈਕਟਰਮ ਜਿਹੜਾ ਹੈ, ਉਹਨਾਂ ਨੇ ਪਹਿਲੇ ਨੰਬਰ ਤੇ ਜਿਹੜਾ ਸਪੈਕਟਰਮ ਆਬਟੇਨ ਕੀਤਾ ਸੀ, ਹਾਈਡਰੋਜਨ ਐਟਮ ਦਾ ਆਬਟੇਨ ਕੀਤਾ ਸੀ। ਤਾਂ ਹਾਈਡਰੋਜਨ ਐਟਮ ਦਾ ਸਪੈਕਟਰਮ ਜਿਹੜਾ ਹੈ ਇਸ ਐਟੋਮਿਕ ਮਾਡਲ ਤੇ ਬਿਹਾਫ ਤੇ ਐਕਸਪਲੇਨ ਕੀਤਾ ਜਾ ਸਕਦਾ ਹੈ, ਰਾਈਟ। ਸੋ ਹੁਣ ਆਪਾਂ ਨਿਗਾਹ ਮਾਰ ਲਈਏ ਇਹਦੇ ਡਰਾਬੈਕਸ, ਫੇਲਿਅਰ ਤੇ ਵੀ ਇਹ ਮਾਡਲ ਕਿਉਂ ਡਿਸਕਾਰਡ ਕਰ ਦਿੱਤਾ ਗਿਆ। ਪਹਿਲਾ ਪੁਆਇੰਟ, ਇਟ ਕੁਡ ਨਾਟ ਐਕਸਪਲੇਨ ਦਾ ਸਪੈਕਟਰਾ ਆਫ ਮਲਟੀ ਇਲੈਕਟ੍ਰੋਨ ਐਟਮ। ਇਹਨੇ ਸਿਰਫ ਸਾਰੇ ਕਿਤੇ ਜਿਹੜਾ ਵੀ ਕੇਸ ਡਿਸਕਸ ਕੀਤਾ ਹੈ, ਹਾਈਡਰੋਜਨ ਐਟਮ ਦਾ ਡਿਸਕਸ ਕੀਤਾ ਹੈ, ਰਾਈਟ। ਇਹਦਾ ਐਟੋਮਿਕ ਮਾਡਲ ਜਿਹੜਾ ਸੀ ਟੋਟਲੀ ਹਾਈਡਰੋਜਨ ਐਟਮ ਤੇ ਬੇਸ ਸੀਗਾ, ਜਦਕਿ ਪੂਰੇ ਪੀਰੀਓਡਿਕ ਟੇਬਲ ਦੇ ਵਿੱਚ 118 ਐਲੀਮੈਂਟ ਪ੍ਰੈਜ਼ੈਂਟ ਹੈ, ਉਹਦਾ ਸਟਰਕਚਰ ਇਸ ਨੇ ਐਕਸਪਲੇਨ ਨਹੀਂ ਕੀਤਾ। It failed to explain the splitting of spectral line in the presence of magnetic field, that is Zeeman effect. ਜਦੋਂ ਅਸੀਂ this is spectral line, ਹੁਣ ਸਪੈਕਟਰਮ ਵਰਡ ਨੂੰ ਜੇ ਸਮਝਣਾ ਹੋਵੇ, ਤੁਸੀਂ ਜੇ ਰੇਨਬੋ ਦੇਖੀ ਹੋਵੇ, ਰੇਨਬੋ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਪੱਟੀਆਂ ਬਣਦੀਆਂ, ਅਲੱਗ-ਅਲੱਗ ਰੰਗ ਦੀਆਂ ਪੱਟੀਆਂ ਬਣਦੀਆਂ, ਉਸ ਅਰੇਂਜਮੈਂਟ ਨੂੰ ਅਸੀਂ ਸਪੈਕਟਰਮ ਕਹਿੰਦੇ ਹਾਂ, ਰਾਈਟ। ਔਰ ਉਹ ਅਰੇਂਜਮੈਂਟ ਕਿੱਦਾਂ ਬਣਦਾ, ਜਦੋਂ ਵਾਈਟ ਲਾਈਟ ਪ੍ਰਿਜ਼ਮ ਦੇ ਵਿੱਚ ਉਹਦੀ ਪਾਸ ਕਰਦੀ ਆ, ਵਾਈਟ ਲਾਈਟ ਅਲੱਗ-ਅਲੱਗ ਫ੍ਰੀਕੁਐਂਸੀ ਦੀਆਂ ਰੇਡੀਏਸ਼ਨ ਨੂੰ ਇੱਕ ਦੂਜੇ ਤੋਂ ਵੱਖਰਾ ਕਰ ਦਿੰਦੀ ਆ, ਔਰ ਉਹ ਰੇਡੀਏਸ਼ਨ ਨੂੰ ਜਦੋਂ ਅਸੀਂ ਕਿਸੇ ਪਰਦੇ ਦੇ ਉੱਤੇ ਪਾਉਂਦੇ ਆ, ਸਾਡੇ ਕੋਲ ਬੈਂਡ ਸਪੈਕਟਰਮ ਬਣਦਾ ਹੈ। ਸੋ ਇਹ ਜਿਹੜਾ ਅਰੇਂਜਮੈਂਟ ਹੈ, ਉਹਦੇ ਵਾਸਤੇ ਅਸੀਂ ਵਰਡ ਯੂਜ਼ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਸਪੈਕਟਰਮ, ਰਾਈਟ। ਸੋ ਸਟੂਡੈਂਟਸ, ਜੇ ਉਹ ਕਹਿੰਦਾ ਮੰਨ ਲਓ ਕਿਸੇ ਸਪੈਕਟਰਲ ਲਾਈਨ ਹੈ, ਸਪੈਕਟਰਾ ਦੀ ਕੋਈ ਲਾਈਨ ਹੈਗੀ ਆ ਸਾਡੇ ਕੋਲ, ਔਰ ਜੇ ਅਸੀਂ ਸਪੈਕਟਰਲ ਲਾਈਨ ਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਅਪਲਾਈ ਕਰ ਦਈਏ, ਨਾਰਥ ਸਾਊਥ, ਪਹਿਲਾਂ ਕੱਲੀ ਲਾਈਨ ਹੈ, ਰਾਈਟ। ਲੇਕਿਨ ਜੇ ਅਸੀਂ ਮੈਗਨੈਟਿਕ ਫੀਲਡ ਅਪਲਾਈ ਕਰ ਦਈਏ, ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਜਿਹੜਾ ਸਪੈਕਟਰਮ ਹੈ, ਇਹ ਲਾਈਨ ਜਿਹੜੀਆਂ ਨੰਬਰ ਆਫ ਲਾਈਨਸ ਦੇ ਵਿੱਚ ਬ੍ਰੇਕ ਹੋ ਜਾਂਦੀ ਆ, ਰਾਈਟ। ਕਿਉਂ ਬ੍ਰੇਕ ਹੋਈ ਹੈ ਇਹ ਲਾਈਨ, ਇੱਕ ਲਾਈਨ ਦੀਆਂ 15 ਲਾਈਨਾਂ ਕਿਉਂ ਬਣੀਆਂ, ਇੰਨੀਆਂ ਲਾਈਨਾਂ ਕਿਉਂ ਬਣੀਆਂ ਹੈ, ਠੀਕ। ਇੱਕ ਜਿਹੜੇ ਲਾਈਨ ਹੈ, ਇੰਨੀ ਲਾਈਨਸ ਦੇ ਵਿੱਚ ਕਿਉਂ ਬ੍ਰੇਕਅਪ ਹੋਈ ਹੈ, ਇਨ ਦਾ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ। ਇਸ ਚੀਜ਼ ਨੂੰ ਬੋਹਰ ਨੇ ਐਕਸਪਲੇਨ ਨਹੀਂ ਕੀਤਾ, ਠੀਕ ਹੈ। ਜਦੋਂ ਕੋਈ ਵੀ ਸਪੈਕਟਰਲ ਲਾਈਨ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਬ੍ਰੇਕ ਹੁੰਦੀ ਆ, ਦਿਸ ਇਫੈਕਟ ਇਜ਼ ਨੋਨ ਐਜ਼ ਦਾ ਜ਼ੀਮੈਨਸ ਇਫੈਕਟਸ, ਦਿਸ ਇਜ਼ ਨੋਨ ਐਜ਼
Siemens effect, that is splitting of spectral line in the presence of magnetic field. याद रखनी है, कई बार पेपर 'ਚ इकल्लियां डेफिनेशंस भी आंदियां हैं. Zeeman effect. So इसी तरह it could not explain it is failed to explain the splitting of spectral line in the presence of electric field. ਜੇ ਇਹਨਾਂ ਦੇ ਦੁਆਲੇ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਿੱਤਾ ਜਾਵੇ, ਇਲੈਕਟ੍ਰਿਕ ਫੀਲਡ ਮਤਲਬ ਇੱਕ ਐਂਡ ਪੋਜ਼ਿਟਿਵ ਇੱਕ ਐਂਡ ਨੈਗੇਟਿਵ, ਇਹਦੀ ਪ੍ਰੈਜ਼ੈਂਸ ਦੇ ਵਿੱਚ ਵੀ ਜਿਹੜੀ ਸਿੰਗਲ ਸਪੈਕਟਰਲ ਲਾਈਨ ਹੈ ਉਹ ਮਲਟੀਪਲ ਲਾਈਨਸ ਦੇ ਵਿੱਚ ਬ੍ਰੇਕ ਹੋ ਜਾਂਦੀ ਹੈ. ਕਿਉਂ ਬ੍ਰੇਕ ਹੋਈ, ਇਹਦੇ ਵਾਸਤੇ ਇਹਨੇ ਕੋਈ ਵੀ ਐਕਸਪਲੇਨੇਸ਼ਨ ਨਹੀਂ ਦਿੱਤੀ. ਐਂਡ ਦਿਸ ਇਫੈਕਟ ਇਜ਼ ਨੋਨ ਐਜ਼ ਸਟਾਰਕ ਇਫੈਕਟ. ਸਟਾਰਕ ਇਫੈਕਟ, that is splitting of spectral line in the presence of electric field. ਕਿਉਂ ਮੈਗਨੈਟਿਕ ਫੀਲਡ ਤੇ ਇਲੈਕਟ੍ਰਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਸਪੈਕਟਰਲ ਲਾਈਨ ਮਲਟੀਪਲ ਲਾਈਨ ਦੇ ਵਿੱਚ ਬ੍ਰੇਕ ਹੋ ਜਾਂਦੀਆਂ, ਇਸ ਚੀਜ਼ ਦੀ ਐਕਸਪਲੇਨੇਸ਼ਨ ਬੋਹਰ ਐਟੋਮਿਕ ਮਾਡਲ ਨੇ ਨਹੀਂ ਦਿੱਤੀ. ਅੱਗੇ ਇਟ ਕੁਡ ਨਾਟ ਐਕਸਪਲੇਨ ਦਾ 3-dimensional model of an atom. ਇਸ ਬੋਹਰ ਐਟੋਮਿਕ ਮਾਡਲ ਦੇ ਮੁਤਾਬਿਕ ਆ ਨਿਊਕਲੀਅਸ ਹੈ, ਇਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਨ ਹੈ ਔਰਬਿਟ ਦੇ ਵਿੱਚ ਰੋਟੇਟ ਕਰ ਰਹੇ ਆ. ਜੇ ਅਸੀਂ ਇਸ ਮਾਡਲ ਨੂੰ ਦੇਖੀਏ ਤਾਂ ਇਸ ਮਾਡਲ ਦੇ ਮੁਤਾਬਿਕ ਐਟਮ ਫਲੈਟ ਹੋਣਾ ਚਾਹੀਦਾ. ਜੇ ਐਟਮ ਫਲੈਟ ਹੈ ਤਾਂ ਹਰ ਇੱਕ ਬੋਡੀ ਸਾਡੇ ਆਲੇ ਦੁਆਲੇ ਫਲੈਟ ਹੋਣੀ ਚਾਹੀਦੀ ਹੈ. ਇਵਨ ਸਾਡੀ ਆਪਣੀ ਸ਼ਕਲ ਵੀ ਫਲੈਟ ਹੋਣੀ ਚਾਹੀਦੀ ਹੈ, ਪਰ ਇੱਦਾਂ ਹੁੰਦਾ ਨਹੀਂ ਹੈਗਾ. ਇਹਦਾ ਮਤਲਬ ਜਿੰਨੇ ਵੀ ਮੈਟਰ ਹੈ ਉਹਦਾ ਆਕਾਰ ਐਟਮ ਦੇ 3-dimensional ਮਾਡਲ ਦੇ ਬੇਸਿਸ ਤੇ ਤਾਂ ਐਕਸਪਲੇਨ ਕੀਤਾ ਜਾ ਸਕਦਾ, ਲੇਕਿਨ 1-dimensional ਮਾਡਲ ਦੇ ਬੇਸ ਤੇ ਐਕਸਪਲੇਨ ਨਹੀਂ ਕੀਤਾ ਜਾ ਸਕਦਾ. ਤਾਂ ਇਸ ਚੀਜ਼ ਨੇ ਵੀ ਜਿਹੜਾ ਬੋਹਰ ਦਾ ਐਟੋਮਿਕ ਮਾਡਲ ਹੈ ਉਹਨੂੰ ਨਕਾਰ ਦਿੱਤਾ. It could not explain the Heisenberg's uncertainty principle. इसी प्रिंसिपल अगे जाके एक्सप्लेन करांगे. इसने Heisenberg's uncertainty principle बारे भी कुछ नहीं दसिया. It failed to explain the cause of chemical combination. कदी भी मैं दसिया सीगा नोबल गैसेस तो ਨੂੰ ਛੱਡ ਕੇ ਬਾਕੀ ਜਿੰਨੇ ਵੀ ਐਲੀਮੈਂਟ ਹੈ ਹਮੇਸ਼ਾ ਇੱਕ ਦੂਜੇ ਨਾਲ ਕੰਬਾਈਨ ਹੋ ਕੇ ਰਹਿੰਦੇ, ਜਿੱਦਾਂ ਹਾਈਡਰੋਜਨ ਹਾਈਡਰੋਜਨ ਨਾਲ, ਆਕਸੀਜਨ ਆਕਸੀਜਨ ਨਾਲ, ਨਾਈਟ੍ਰੋਜਨ ਨਾਈਟ੍ਰੋਜਨ ਦੇ ਨਾਲ, ਹਰ ਇੱਕ ਐਲੀਮੈਂਟ ਜਿਹੜਾ ਹੈ ਇੱਕ ਦੂਜੇ ਦੇ ਨਾਲ ਕੰਬਾਈਨ ਹੋ ਕੇ ਰਹਿੰਦਾ ਹੈ. ਰਾਈਟ, ਇਹ ਕਿਉਂ ਐਟਮ ਇੱਕ ਦੂਜੇ ਨਾਲ ਕੰਬਾਈਨ ਹੋ ਕੇ ਰਹਿੰਦੇ ਆ, ਇਹਦੇ ਬਾਰੇ ਵੀ ਇਹਨੇ ਕੋਈ ਵੀ ਐਕਸਪਲੇਨੇਸ਼ਨ ਨਹੀਂ ਦਿੱਤੀ. ਇਟ ਫੇਲ ਟੂ ਐਕਸਪਲੇਨ ਦ ਕਾਜ਼ ਆਫ ਕੈਮੀਕਲ ਕੰਬੀਨੇਸ਼ਨ. ਇਟ ਫੇਲ ਟੂ ਐਕਸਪਲੇਨ ਦ ਰਿਲੇਟਿਵ ਇੰਟੈਂਸਿਟੀ ਆਫ ਸਪੈਕਟਰਲ ਲਾਈਨ. ਜਦੋਂ ਅਸੀਂ ਕਿਸੇ ਵੀ ਐਲੀਮੈਂਟ ਦਾ ਸਪੈਕਟਰਾ ਓਬਟੇਨ ਕਰਦੇ ਹਾਂ, ਇਹਦੇ ਤੇ ਕੁਝ ਲਾਈਨ ਬਹੁਤ ਡਾਰਕ ਹੁੰਦੀਆਂ, ਕੁਝ ਬਿਲਕੁਲ ਮੱਧਮ ਹੁੰਦੀਆਂ, ਕੁਝ ਡਾਰਕ ਹੁੰਦੀਆਂ, ਕੁਝ ਮੱਧਮ. ਮੱਧਮ ਲਾਈਨਾਂ ਕਿਉਂ ਮੱਧਮ ਹੈ, ਮਤਲਬ ਇਹ ਡਾਰਕ ਲਾਈਨਾਂ ਕਿਉਂ ਡਾਰਕ ਹੈ? ਡਾਰਕ ਮਤਲਬ ਇਹਨਾਂ ਦੀ ਇੰਟੈਂਸਿਟੀ ਹਾਈ ਹੈ, ਇਹਨਾਂ ਦੀ ਇੰਟੈਂਸਿਟੀ ਘੱਟ ਹੈ. ਤਾਂ ਇਹਨੇ ਇਹ ਗੱਲ ਨਹੀਂ ਦੱਸੀ ਕਿ ਕਿਉਂ ਕੁਝ ਸਪੈਕਟਰਲ ਲਾਈਨ ਦੀ ਇੰਟੈਂਸਿਟੀ ਜ਼ਿਆਦਾ ਹੁੰਦੀ ਹੈ, ਬ੍ਰਾਈਟ ਲਾਈਨ ਹੁੰਦੀਆਂ, ਔਰ ਕੁਝ ਦੀ ਜਿਹੜੀ ਇੰਟੈਂਸਿਟੀ ਆ ਘੱਟ ਹੁੰਦੀ ਹੈ, ਉਹ ਲਾਈਨ ਜਿਹੜੀਆਂ ਡਿਮ ਕਿਉਂ ਹੁੰਦੀਆਂ. ਸੋ ਇਹ ਸਨ ਕੁਝ ਲਿਮਿਟੇਸ਼ਨ ਸਾਡੇ ਕੋਲ ਬੋਹਰ ਐਟੋਮਿਕ ਮਾਡਲ ਦੀਆਂ, ਜਿਹਨੂੰ ਡਿਸਕਾਰਡ ਕਰਕੇ ਸਾਡੇ ਕੋਲ ਐਟਮ ਦਾ ਤੀਸਰਾ ਮਾਡਲ ਜਿਹੜਾ ਐਮਰਜ ਹੋਇਆ, ਜਿਹਨੂੰ ਅਸੀਂ ਕਹਿੰਦੇ ਆ ਵੇਵ ਔਰ ਕੁਆਂਟਮ ਮਕੈਨੀਕਲ ਮਾਡਲ ਆਫ ਐਨ ਐਟਮ. ਰਾਈਟ, ਹੁਣ ਇਸ ਮਾਡਲ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਇੱਕ ਪੁਆਇੰਟ ਜਿਹੜੇ ਆ ਹੋਰ ਡਿਸਕਸ ਕਰਨੇ ਆ. ਉਸ ਤੋਂ ਬਾਅਦ ਅਸੀਂ ਇਹ ਚੌਥਾ ਮਾਡਲ ਐਟਮ ਦਾ ਜਿਹੜਾ ਉਹ ਡਿਸਕਸ ਕਰਾਂਗੇ. ਥੈਂਕ ਯੂ ਸਟੂਡੈਂਟ, ਥੈਂਕ ਯੂ ਵੈਰੀ ਮਚ.